ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਾਈਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ETT ਕੇਡਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਆਪਾਂ ਨੇ 3 ਚੈਪਟਰ ਕੰਪਲੀਟ ਕਰ ਲਏ ਨੇ। ਆਪਣਾ 3rd ਚੈਪਟਰ ਗ੍ਰੈਵੀਟੇਸ਼ਨ ਸੀਗਾ, ਜਿਸ ਦੇ ਕਿ ਅੱਜ ਆਪਾਂ ਕੁਝ MCQ ਡਿਸਕਸ ਕਰਾਂਗੇ। ਆਈ ਹੋਪ ਤੁਸੀਂ ਸਾਰਿਆਂ ਨੇ ਚੈਪਟਰ ਕੰਪਲੀਟ ਕਰ ਲਿਆ ਹੋਊਗਾ। ਸਾਰੇ ਬੱਚੇ ਪਹਿਲਾਂ ਖੁਦ MCQ ਟਰਾਈ ਕਰਨਗੇ, ਉਸ ਤੋਂ ਬਾਅਦ ਤੁਸੀਂ ਆਨਸਰ ਦੇਖਣਾ ਹੈ। ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਆਪਣੇ ਨੰਬਰ ਜ਼ਰੂਰ ਸ਼ੇਅਰ ਕਰਨੇ ਆ। ਹਾਂਜੀ, ਆਪਣਾ ਫਸਟ ਕੁਐਸਚਨ ਹੈਗਾ, ਅ ਬੋਡੀ ਆਫ ਮਾਸ 1 kg ਇਜ਼ ਅਟਰੈਕਟਡ ਬਾਈ ਅਰਥ ਵਿਦ ਅ ਫੋਰਸ ਵਿਚ ਇਜ਼ ਇਕੁਅਲ ਟੂ। ਆਪਾਂ ਨੂੰ ਪਤਾ ਹੈ ਕਿ ਅਰਥ ਵੱਲ ਕੋਈ ਵੀ ਬੋਡੀ ਹੈ, ਚਾਹੇ ਜਿੰਨੇ ਵੀ ਵੇਟ ਦੀ ਆ, ਉਹ ਕਿੰਨੀ ਫੋਰਸ ਦੇ ਨਾਲ ਅਟਰੈਕਟ ਹੁੰਦੀ ਆ। ਆਪਾਂ ਨੇ G ਦੀ ਵੈਲਿਊ ਪੜ੍ਹੀ ਸੀ। G ਦੀ ਵੈਲਿਊ ਕਿੰਨੀ ਸੀ? 9.8 ਨਿਊਟਨ। 9.8 ਨਿਊਟਨ। ਹਾਂਜੀ, ਫਸਟ ਆਪਸ਼ਨ ਕੀ ਹੈ? ਕਰੈਕਟ ਆਪਸ਼ਨ ਹੈ। ਨੈਕਸਟ ਕੁਐਸਚਨ ਹੈਗਾ, ਵਟ ਇਜ਼ ਦ ਗ੍ਰੈਵੀਟੇਸ਼ਨਲ ਫੋਰਸ ਬਿਟਵੀਨ 2 ਆਬਜੈਕਟ। 2 ਮਾਸਿਸ ਨੇ ਜਿਹੜੇ, ਉਹਨਾਂ ਦੇ ਵਿੱਚ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਲੱਗਦੀ ਆ, ਉਹ ਕੀ ਹੁੰਦੀ ਆ? ਅਟਰੈਕਟਿਵ ਹੁੰਦੀ ਹੈ ਜ਼ਿਆਦਾ ਵੱਡੇ ਡਿਸਟੈਂਸਾਂ ਦੇ ਉੱਪਰ। ਅਟਰੈਕਟਿਵ ਹੁੰਦਾ ਆਕਰਸ਼ਿਤ ਕਰਦੀ ਹੈ, ਖਿੱਚਦੀ ਆ, ਜਾਂ ਫਿਰ ਸਮਾਲ ਘੱਟ ਛੋਟੀ ਦੂਰੀ 'ਤੇ ਖਿੱਚਦੀ ਆ, ਜਾਂ ਜ਼ਿਆਦਾ ਦੂਰੀ 'ਤੇ ਖਿੱਚਦੀ ਆ, ਜਾਂ ਫਿਰ ਸਾਰੀਆਂ ਦੂਰੀਆਂ 'ਤੇ ਹੀ ਇੱਕ ਦੂਜੇ ਨੂੰ ਅਟਰੈਕਟ ਕਰਦੀ ਆ, ਜਾਂ ਫਿਰ ਜੇ ਦੂਰ ਹੋਵੇ ਤਾਂ ਅਟਰੈਕਟ ਕਰਦੀ ਆ, ਜੇ ਨੇੜੇ ਹੋਵੇ ਤਾਂ ਰਿਪਲਸ਼ਨ ਕਰਦੀ ਆ। ਆਪਾਂ ਨੂੰ ਪਤਾ ਹੈ ਕਿ ਡਿਸਟੈਂਸ ਭਾਵੇਂ ਦੂਰ ਹੈ ਚਾਹੇ ਨੇੜੇ ਹੈ, ਗ੍ਰੈਵੀਟੇਸ਼ਨਲ ਫੋਰਸ ਹਮੇਸ਼ਾ ਕੀ ਕਰਦੀ ਹੈ? ਆਕਰਸ਼ਿਤ ਕਰਦੀ ਹੈ, ਆਪਣੇ ਵੱਲ ਖਿੱਚਦੀ ਆ। ਇਹਦਾ ਮਤਲਬ ਕੀ ਹੋ ਗਿਆ? ਆਪਸ਼ਨ ਜਿਹੜਾ C ਹੈ ਉਹ ਕੀ ਹੋ ਗਿਆ? ਕਰੈਕਟ। ਅਟਰੈਕਟ ਐਟ ਆਲ ਡਿਸਟੈਂਸਿਸ। ਕਲੀਅਰ। ਨੈਕਸਟ ਕੁਐਸਚਨ ਆਪਣੇ ਕੋਲ ਹੈਗਾ, ਦ ਵੈਲਿਊ ਆਫ G ਇਨਕਰੀਜ਼ ਐਜ ਵੀ ਗੋ। ਜਿਹੜੀ ਵੈਲਿਊ ਹੈ G ਦੀ, ਕਿਵੇਂ ਕਰਦੀ ਹੈ? ਜਿਸ ਤਰ੍ਹਾਂ ਨਾਲ ਕੀ ਆਹ ਅਰਥ ਹੈ, ਠੀਕ ਹੈ। ਫਸਟ ਆਪਸ਼ਨ ਹੈਗਾ ਇਨਕਰੀਜ਼ ਐਜ਼ ਵੀ ਗੋ ਅਬਵ ਦ ਅਰਥ। ਕਿ ਜਦੋਂ ਆਪਾਂ ਉੱਪਰ ਵੱਲ ਨੂੰ ਜਾਂਦੇ ਹਾਂ ਉਦੋਂ ਇਨਕਰੀਜ਼ ਕਰਦੀ ਹੈ? ਨਹੀਂ ਇਨਕਰੀਜ਼ ਕਰਦੀ। ਆਪਾਂ ਨੇ ਪੜ੍ਹਿਆ ਸੀ ਕਿ ਜਦੋਂ ਅਰਥ ਦੇ ਸਰਫੇਸ 'ਤੇ ਕੀ ਹੈ? ਫਿਕਸ ਰਹਿੰਦੀ ਹੈ। ਜਦੋਂ ਆਪਾਂ ਉੱਪਰ ਵੱਲ ਨੂੰ ਜਾਂਦੇ ਹਾਂ ਉਦੋਂ ਵੀ ਕੀ ਹੈ? ਘਟਦੀ ਹੈ। ਜਦੋਂ ਸੈਂਟਰ ਵੱਲ ਨੂੰ ਜਾਂਦੇ ਹਾਂ ਉਦੋਂ ਵੀ ਕੀ ਹੈ? ਘਟਦੀ ਹੈ। ਤਾਂ ਸੈਕਿੰਡ ਆਪਸ਼ਨ ਕਰੈਕਟ ਹੋ ਗਿਆ ਕਿ ਸੈਂਟਰ ਵੱਲ ਜਾਂਦੇ ਹੋਏ ਕੀ ਹੈ? ਘਟਦੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈਗਾ, ਆ ਬਾਲ ਇਜ਼ ਥਰੋਨ ਅਪ ਦ ਵੈਲਿਊ ਆਫ G ਵਿਲ ਬੀ। G ਦੀ ਵੈਲਿਊ ਕੀ ਹੈ? 0 ਹੋਊਗੀ, ਨੈਗੇਟਿਵ ਹੋਊਗੀ, ਪੋਜ਼ੀਟਿਵ ਹੋਊਗੀ, ਜਾਂ ਬਿਲਕੁਲ ਥੋੜ੍ਹੀ ਜਿਹੀ ਹੋਊਗੀ। ਕਿਵੇਂ ਹੋਊਗੀ? ਆਪਾਂ ਨੂੰ ਪਤਾ ਹੈ ਕਿ ਗ੍ਰੈਵਿਟੀ ਕੀ ਲੱਗਦੀ ਹੈ? ਨੀਚੇ ਵੱਲ ਨੂੰ ਲੱਗਦੀ ਹੈ, ਠੀਕ ਹੈ। ਬੋਲ ਕੀ ਹੈ? ਉੱਪਰ ਵੱਲ ਨੂੰ ਜਾ ਰਹੀ ਹੈ ਉਲਟੀ ਦਿਸ਼ਾ ਦੇ ਵਿੱਚ। ਤਾਂ G ਦੇ ਜਦੋਂ ਆਪਾਂ ਉਲਟੀ ਦਿਸ਼ਾ ਦੇ ਵਿੱਚ ਕੋਈ ਵਰਕ ਕਰਦੇ ਹਾਂ ਤਾਂ ਉਹ ਕੀ ਹੁੰਦਾ? ਨੈਗੇਟਿਵ। ਉਹਦੀ ਵੈਲਿਊ ਕੀ ਹੋਊਗੀ? ਨੈਗੇਟਿਵ ਹੋਊਗੀ। ਕਲੀਅਰ। ਨੈਕਸਟ ਦੇਖੋ, ਦ ਗ੍ਰੈਵੀਟੇਸ਼ਨਲ ਫੋਰਸ ਕਾਊਸ। ਗ੍ਰੈਵੀਟੇਸ਼ਨਲ ਫੋਰਸ ਕਰਕੇ ਕੀ ਚੀਜ਼ ਹੁੰਦੀ ਹੈ? ਆਪਾਂ ਨੇ ਪੜ੍ਹਿਆ ਸੀ ਕਿ ਗ੍ਰੈਵੀਟੇਸ਼ਨਲ ਫੋਰਸ ਕਰਕੇ ਜਿਹੜਾ ਸੂਰਜ ਹੈ ਅਤੇ ਚੰਦਰਮਾ, ਜਿਹੜੀ ਉਹਨਾਂ ਦੀ ਐਨਰਜੀ ਦੇ ਕਰਕੇ ਕੀ ਹੈ? ਜਵਾਰ ਭਾਟ ਆਉਂਦੇ ਆ, ਠੀਕ ਹੈ। ਪਾਣੀ ਉੱਪਰ ਉੱਠ ਜਾਂਦਾ, ਜਵਾਰ ਭਾਟ ਆਉਂਦੇ ਆ। ਅਤੇ ਕੀ ਆ ਜਿਹੜਾ ਇਹਦੇ ਵਿੱਚ ਕੀ ਹੁੰਦਾ? ਜਿਹੜਾ ਮੋਸ਼ਨ ਹੈ ਮੂਨ ਦਾ ਅਰਥ ਦੇ ਦੁਆਲੇ, ਉਹ ਵੀ ਕਾਹਦੇ ਕਰਕੇ ਹੁੰਦਾ? ਗ੍ਰੈਵੀਟੇਸ਼ਨ ਦੇ ਕਰਕੇ ਹੁੰਦਾ। ਤਾਂ ਇਹਦਾ ਮਤਲਬ D ਆਪਸ਼ਨ ਕਰੈਕਟ ਹੋ ਗਿਆ, ਬੋਥ A ਐਂਡ B। ਕਲੀਅਰ। ਨੈਕਸਟ ਹੈਗਾ, ਦ ਮਾਸ ਆਫ ਦ ਬੋਡੀ ਔਨ ਦ ਮੂਨ ਇਜ਼ 40 kg। ਤਾਂ ਕਹਿੰਦੇ ਵੇਟ ਹੈ ਜਿਹੜਾ ਉਹ ਅਰਥ ਦੇ ਉੱਪਰ ਕਿੰਨਾ ਹੋਊਗਾ। ਆਪਾਂ ਨੂੰ ਪਤਾ ਹੈ ਕਿ ਅਰਥ ਦੇ ਉੱਪਰ ਜਿੰਨਾ ਹੁੰਦਾ ਹੈ ਮਾਸ, ਉਹਦਾ ਕੀ ਹੈ? 1/6 ਭਾਗ ਹੈ ਜਿਹੜਾ ਮੂਨ ਦੇ ਉੱਪਰ ਹੁੰਦਾ, ਠੀਕ ਹੈ। ਤਾਂ ਆਪਾਂ ਨੇ ਅਰਥ ਦਾ ਪਤਾ ਕਰਨਾ ਹੈ। ਆਪਾਂ ਕੀ ਕਰ ਦਾਂਗੇ? ਮੂਨ ਵਾਲੇ ਜਿਹੜਾ ਮਾਸ ਹੈ ਉਹਨੂੰ 6 ਨਾਲ ਕੀ ਕਰ ਦਾਂਗੇ? ਮਲਟੀਪਲਾਈ। ਤਾਂ ਆਪਣੇ ਕੋਲ ਕਿੰਨਾ ਗਾ? 40 ਹੈ। 40 ਨੂੰ ਆਪਾਂ ਨੇ 6 ਨਾਲ ਕੀ ਕਰ ਦੇਣਾ ਹੈ? ਮਲਟੀਪਲਾਈ। ਤਾਂ ਕਿੰਨਾ ਆ ਗਿਆ? 240 kg। 240 kg ਕੀ ਆਪਣਾ? ਆਪਸ਼ਨ A। ਆਪਸ਼ਨ A ਕੀ ਹੋ ਗਿਆ ਆਪਣਾ? ਕਰੈਕਟ ਹੋ ਗਿਆ। ਠੀਕ ਹੈ ਜੀ। ਨੈਕਸਟ ਦੇਖੋ, ਨਿਊਟਨਸ ਲਾ ਆਫ ਗ੍ਰੈਵੀਟੇਸ਼ਨਲ ਅਪਲਾਈ ਟੂ। ਜਿਹੜਾ ਨਿਊਟਨ ਦਾ ਲਾ ਪੜ੍ਹਿਆ ਸੀ ਆਪਾਂ, ਉਹ ਛੋਟੀਆਂ ਛੋਟੀਆਂ ਬੋਡੀਜ਼ 'ਤੇ ਅਪਲਾਈ ਹੁੰਦਾ ਹੈ, ਜਾਂ ਫਿਰ ਕੀ ਹੈ ਸਿਰਫ ਗ੍ਰਹਿਆਂ ਦੇ ਉੱਪਰ, ਪਲੈਨਟਸ ਦੇ ਉੱਪਰ ਅਪਲਾਈ ਹੁੰਦਾ, ਜਾਂ ਫਿਰ ਕੀ ਆ ਸਾਈਜ਼ ਨੂੰ ਦੇਖੇ ਬਿਨਾਂ ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਪਰ ਅਪਲਾਈ ਹੁੰਦਾ, ਜਾਂ ਫਿਰ ਸਾਰੇ ਗ੍ਰਹਿਆਂ ਵਗੈਰਾ 'ਤੇ ਹੀ ਲੱਗਦਾ। ਤਾਂ ਆਪਾਂ ਨੂੰ ਪਤਾ ਹੈ ਕਿ ਨਿਊਟਨ ਦਾ ਲਾ ਜਿਹੜਾ ਯੂਨੀਵਰਸਲ ਹੈ, ਇਹ ਸਾਰੀਆਂ ਚੀਜ਼ਾਂ ਦੇ ਉੱਪਰ ਲੱਗਦਾ ਹੈ, ਭਾਵੇਂ ਉਹ ਚੀਜ਼ਾਂ ਛੋਟੀਆਂ ਨੇ ਭਾਵੇਂ ਕੀ ਹੈ ਵੱਡੀਆਂ ਨੇ। ਠੀਕ ਹੈ ਜੀ। ਨੈਕਸਟ ਹੈਗਾ, ਦ ਗ੍ਰੈਵੀਟੇਸ਼ਨਲ ਫੋਰਸ ਬਿਟਵੀਨ 2 ਆਬਜੈਕਟ ਇਜ਼ F। 2 ਚੀਜ਼ਾਂ ਨੇ, ਮੰਨ ਲਓ ਉਹਨਾਂ ਦਾ ਮਾਸ ਕੀ ਹੈ? M1 ਅਤੇ M2 ਹੈ। ਉਹਨਾਂ ਦੇ ਵਿੱਚ ਡਿਸਟੈਂਸ ਕੀ ਹੈ?
आर है, ठीक है, तो उन्होंने फोर्स एफ लग रही आ। कहते ਆਪਾਂ ने की किया मास है जोड़ा दोनों का हाफ करता, अद्धा अद्धा करता। ਆਪਾਂ ਨੂੰ पता है कि फोर्स बराबर कादी हुंदी है, जी M1 M2 अपॉन आर स्केयर ये बराबर होंगी है। आपने की करता मास हाफ करता, यदा मतलब फोर्स की होगी अपने को हुण जी तो एम ही रह गया क्योंकि जी की सी कॉन्सटेंट सी, तो अपने को एम हाफ हो गया, वो बटे 2 लाता आपने, दूसरा एम भी की है हाफ हो गया, वो नीचे भी अपने की लगाता 2 लगाता, नीचे की आ गया आर स्केयर, ठीक है। जो अपने मास हाफ हाफ करता तो हाफ हाफ में 2 बारी मल्टीप्लाई कराया हो जाएगा 1/4, तो अपने को फोर्स की आ जूगी, नवी फोर्स है जी वो की आ जूगी एफ डैश जी M1 M2 अपॉन 4 मल्टीप्लाई आर स्केयर। हुण जी आह वाली वैल्यू है सारी, आ वाली वैल्यू एक आदि है एफ की वैल्यू है पहला वाली एफ की, तो जी नवी फोर्स सी की आ गई एफ डिवाइड बाय 4। अपने को की हो गया ए ऑप्शन की हो गया करैक्ट हो गया कि जी न्यू फोर्स है नवी फोर्स है जी की है एफ बटे 4 है। नैक्सट अपने को है ਜਿਹੜਾ अर्थ है अट्रैक्ट करती है मून ਨੂੰ ग्रैविटेशनल फोर्स किन्नी ਦੇ ਨਾਲ 10 ਦੀ ਪਾਵਰ 20 न्यूटन, 10 ਦੀ ਪਾਵਰ 20 न्यूटन ਦੇ ਨਾਲ। ਤਾਂ ਕਹਿੰਦੇ मून किन्नी ग्रैविटेशनल फोर्स ਨਾਲ अट्रैक्ट करूगा। ਆਪਾਂ ਨੂੰ पता है कि जे 2 चीज़ां ने, जे ये अर्थ है ये मून है, अर्थ जे इनू 10 ਦੀ ਪਾਵਰ 20 न्यूटन ਦੇ ਨਾਲ कर रहे हैं अट्रैक्ट, तो मून भी उन्नी फोर्स के नाल ही करूगा, सिंपल। तो इसका आंसर की होगा 10 ਦੀ ਪਾਵਰ 20 न्यूटन, ठीक है। नैक्सट है सेम क्वेश्चन उपर वाले नाल दा 8वें क्वेश्चन नाल दा, इहदे विच डिस्टेंस की है बॉडीज़ दा 6 टाइम्स कर दिंदे आ, डिस्टेंस 6 टाइम्स। आपां नूं पता है कि आपां फोर्स पढ़िया सी, फोर्स अपने कोले की सी जी M1 M2 अपॉन आर स्केयर। हुण आर की जगह तो अपने की लिख देना है 6 आर स्केयर। अगर आप 6 आर स्केयर लिखांगे तो अपने को एफ डैश की आ जाऊगा, एफ डैश की आ जाऊगा जी M1 M2 अपॉन 6 का स्केयर करिया 36 इंटू आर स्केयर, 36 इंटू आर स्केयर। तो पुरानी फोर्स के नाल की आ गया नीचे 36 भी आ गया, तो अपने को की आ गया जी नवी फोर्स आऊगी वो की है 1/36 टाइम्स होगी पुरानी फोर्स की। ऑप्शन की है डी की हो जाऊगा करैक्ट हो जाऊगा। क्लीयर है जी। नैक्सट देखो, नैक्सट अपने को है कि मास है जोड़ा मून का चंद्रमा का इन्ने टाइम्स की होगा ज़्यादा है 8 तो, ते डायामीटर कितना इन्ने टाइम्स ज़्यादा। तो कहते जी की वैल्यू की होगी, सेम होगी या 1/5 होगी, 1/6 होगी, 1/4 होगी। आपां नूं पता है कि जी की हुंदा ग्रैविटेशनल कॉन्सटेंट, यूनीवर्सल ग्रैविटेशनल कॉन्सटेंट, जिहदी आपां ने वैल्यू भी याद की सी, वैल्यू कितनी सी जिहदी 6.67 इंटू 10⁻11 न्यूटन मीटर स्केयर पर केजी स्केयर, ठीक है। ये वाली वैल्यू सी। हुण एक यूनीवर्सल ग्रैविटेशन कॉन्सटेंट है, मतलब कि यदी वैल्यू कदे भी नहीं बदलती, इस करके आंसर की होगा ऑप्शन नंबर ए सेम एज दैट ऑफ द अर्थ। जिन्नी अर्थ ते होगी उन्नी ही की है मून के उपर होगी। क्लीयर है। नैक्सट क्वेश्चन देखो, कहते कोई एप्पल है वो फॉल करता ट्री तो नीचे नूं अर्थ वाल नूं, क्योंकि अर्थ नूं अट्रैक्ट कर रही है, इस करके वो नीचे आ रहे हैं। हुण आपां देखो एक अपने को की है अर्थ है, एक अपने को की है एप्पल है, ठीक है। इहदा मास की है एम है, इहदा मास की है स्मॉल एम है। एक कहते जी F1 मैगनीट्यूड फोर्स दा है वो की है एग्जर्टड बाय अर्थ ऑन द एप्पल। अर्थ केड़ी फोर्स ला रही है F1, तो एप्पल केड़ा फोर्स लगा रहे हैं F2।
ਤਾਂ ਕਹਿੰਦੇ ਦੇਖੋ ਵੀ ਜਿਹੜੀ ਅਰਥ ਹੈ ਉਹ ਤਾਂ ਐਪਲ ਨੂੰ ਆਪਦੇ ਵੱਲ ਖਿੱਚਦੀ ਹੈ, ਸੇਬ ਨੂੰ ਆਪਣੇ ਵੱਲ ਖਿੱਚਦੀ ਹੈ, ਪਰ ਸੇਬ ਅਰਥ ਨੂੰ ਕਿਉਂ ਨਹੀਂ ਖਿੱਚਦਾ? ਖਿੱਚ ਦੋਨੇ ਚੀਜ਼ਾਂ ਰਹੀਆਂ ਹੁੰਦੀਆਂ ਨੇ, ਪਰ ਡਿਪੈਂਡ ਕਰਦਾ ਮਾਸ 'ਤੇ, ਭਾਰ 'ਤੇ। ਜਿਹਦਾ ਵੇਟ ਜਿੰਨਾ ਜ਼ਿਆਦਾ ਹੋਵੇ ਉਹਦੀ ਫੋਰਸ ਉਨੀ ਹੀ ਜ਼ਿਆਦਾ ਹੁੰਦੀ ਹੈ। ਇਹਦਾ ਮਤਲਬ ਆਪਾਂ ਕੀ ਕਹਾਂਗੇ ਕਿ F1 ਫੋਰਸ ਹੈ ਜਿਹੜੀ ਅਰਥ ਦੀ, ਉਹ ਕੀ ਹੈ, ਮੱਚ ਗ੍ਰੇਟਰ ਹੈ ਦੈਨ F2। ਐਪਲ ਦੀ ਜਿਹੜੀ ਫੋਰਸ ਆ ਉਹ ਤੋਂ ਗ੍ਰੇਟਰ ਕਿਹੜੀ ਫੋਰਸ ਹੈ? ਅਰਥ ਦੀ ਫੋਰਸ ਹੈ। ਨੈਕਸਟ ਆਪਣੇ ਕੋਲ ਕੁਐਸਚਨ ਨੰਬਰ 13। ਕਹਿੰਦੇ ਆਪਣੇ ਕੋਲ ਕੋਈ ਵੀ ਸਟੋਨ ਹੈ ਉਹਨੂੰ ਆਪਾਂ ਰਿਲੀਜ਼ ਕਰਦੇ ਹਾਂ ਕਿਸੇ ਟੌਪ ਤੋਂ ਇੰਨੀ ਹਾਈਟ ਤੋਂ, ਦੈਨ ਇਹਦੀ ਫਾਈਨਲ ਵੈਲੋਸਿਟੀ ਆਪਾਂ ਨੇ ਦੇਖਣੀ ਆ ਟੱਚ ਕਰਨ ਤੋਂ ਪਹਿਲਾਂ, ਗਰਾਊਂਡ ਨੂੰ ਟੱਚ ਕਰਨ ਤੋਂ ਪਹਿਲਾਂ। ਹੁਣ ਆਪਣੇ ਕੋਲ ਆਪਾਂ ਫਾਰਮੂਲਾ ਪੜ੍ਹ ਕੇ ਆਏ ਹਾਂ ਪਹਿਲਾਂ, ਕੀ ਹੁੰਦਾ ਹੈ? U² ਮਾਈਨਸ ਆਪਾਂ ਨੇ ਪੜ੍ਹਿਆ ਸੀ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ V² ਮਾਈਨਸ U² ਇਕੁਅਲ ਟੂ 2GH ਪੜ੍ਹਿਆ ਸੀ ਨਾ ਇਹ ਵਾਲਾ ਫਾਰਮੂਲਾ। ਆਪਾਂ ਨੇ V ਕੀ ਹੈ? ਫਾਈਂਡ ਆਊਟ ਕਰਨਾ V²। U ਆਪਾਂ ਨੂੰ ਜਦੋਂ ਸਟਾਰਟ ਹੁੰਦਾ ਕਿੰਨਾ ਦਿੱਤਾ ਹੈ? 0 ਦਿੱਤਾ ਹੈ, ਇਕੁਅਲਸ ਟੂ 2। G ਦੀ ਵੈਲਿਊ ਆਪਾਂ ਨੂੰ ਕਿੰਨੀ ਦਿੱਤੀ ਹੈ? G ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ 9.8। ਇਸ ਤੋਂ ਬਾਅਦ 'ਚੋਂ ਆਪਾਂ ਨੂੰ H ਦੀ ਵੈਲਿਊ ਕਿੰਨੀ ਦਿੱਤੀ ਹੈ? 19.6। ਠੀਕ ਹੈ ਜੀ। ਹੁਣ ਇਹਨਾਂ ਸਭ ਨੂੰ ਮਲਟੀਪਲਾਈ ਕਰਕੇ ਆਪਣੇ ਕੋਲ ਜਿਹੜਾ ਆਨਸਰ ਆ ਜਾਂਦਾ ਉਹ ਹੈਗਾ 384.16। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਣਾ ਫਸਟ ਆਨਸਰ ਆ ਗਿਆ, ਕਿਉਂਕਿ ਆਪਾਂ ਨੇ ਕੀ ਇੱਧਰ V² ਆ, ਆਪਾਂ ਨੇ ਕੱਲੀ V ਫਾਈਂਡ ਕਰਨੀ ਹੈ। ਤਾਂ ਜਦੋਂ ਆਪਾਂ ਕੱਲੀ V ਫਾਈਂਡ ਕਰਾਂਗੇ, ਰੂਟ ਦੇ ਵਿੱਚੋਂ B ਨੂੰ ਬਾਹਰ ਕੱਢਾਂਗੇ, ਤਾਂ ਉਹਦਾ ਆਨਸਰ ਆਊਗਾ ਆਪਸ਼ਨ ਨੰਬਰ C 19.6 ਮੀਟਰ ਪਰ ਸੈਕਿੰਡ। ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਅਗਰ ਆਪਾਂ ਫੋਰਸ ਦਾ ਉਹੀ ਫਾਰਮੂਲਾ ਆਪਾਂ ਨੇ ਯਾਦ ਰੱਖਣਾ ਕਿ ਫੋਰਸ ਬਰਾਬਰ ਕਾਹਦੀ ਹੁੰਦੀ ਹੈ? ਫੋਰਸ ਬਰਾਬਰ ਹੁੰਦਾ ਹੈ G(m1) m2 ਅਪੋਨ R²। ਠੀਕ ਹੈ। ਹੁਣ ਇਹਦੇ ਵਿੱਚ ਕੀ ਕਹਿੰਦੇ ਨੇ ਆਪਾਂ ਨੂੰ? ਕਹਿੰਦੇ ਡਿਸਟੈਂਸ ਆਪਾਂ ਨੇ ਸੇਮ ਰੱਖਿਆ, ਆਪਾਂ ਨੇ ਪਾਰਟੀਕਲ ਦਾ ਮਾਸ ਕੀ ਕਰਤਾ? ਡਬਲ ਕਰਤਾ। ਅਗਰ ਆਪਾਂ ਨੇ ਡਬਲ ਕਰਤਾ ਤਾਂ ਉੱਪਰ ਕੀ ਹੈ? 2m ਆ ਜਾਊਗਾ। ਇਹਦਾ ਮਤਲਬ F ਜਿਹੜੀ ਡੈਸ਼ ਹੈ ਉਹ ਕੀ ਹੋ ਜਾਊਗੀ? 4 × F, ਕਿਉਂਕਿ ਬਾਕੀ ਸਾਰੀ ਵੈਲਿਊ ਕਿਹਦੀ ਹੋ ਜੂ? F ਦੀ। ਇਹਦਾ ਮਤਲਬ ਇਹਦਾ ਆਨਸਰ ਕੀ ਆਇਆ? 4 ਟਾਈਮਸ ਜਿਹੜੀ ਨਵੀਂ ਫੋਰਸ ਹੈ ਉਹ ਕੀ ਹੈ? 4 ਟਾਈਮਸ ਹੋਊਗੀ ਪੁਰਾਣੀ ਫੋਰਸ ਦੇ। ਆਪਸ਼ਨ B ਇਜ਼ ਅ ਕਰੈਕਟ ਆਪਸ਼ਨ। ਨੈਕਸਟ ਆਪਣੇ ਕੋਲ ਹੈਗਾ ਕਿਉਂਕਿ ਬੱਚਾ ਉਹਨੇ ਕੀ ਹੈ? ਧਾਗੇ ਦੇ ਨਾਲ ਕੀ ਹੈ? ਸਟੋਨ ਨੂੰ, ਪੱਥਰ ਨੂੰ ਬੰਨਿਆ ਹੋਇਆ ਅਤੇ ਉਹਨੂੰ ਸਰਕੂਲਰ ਪਾਥ ਦੇ ਵਿੱਚ ਘੁਮਾ ਰਿਹਾ। ਇਹ ਟੌਪਿਕ ਵੀ ਪੜ੍ਹਿਆ ਸੀ ਆਪਾਂ ਨੇ ਕਿ ਸਰਕੂਲਰ ਪਾਥ ਦੇ ਵਿੱਚ ਘੁਮਾ ਰਿਹਾ ਇਸ ਤਰ੍ਹਾਂ ਨਾਲ। ਠੀਕ ਹੈ। ਅਤੇ ਅਚਾਨਕ ਹੀ ਉਹ ਕੀ ਕਰਦਾ? ਜਿਹੜੀ ਰੱਸੀ ਹੁੰਦੀ ਹੈ ਇੱਥੋਂ ਟੁੱਟ ਜਾਂਦੀ ਹੈ, ਤਾਂ ਸਟੋਨ ਕਹਿੰਦੇ ਕਿੱਧਰ ਨੂੰ ਮੂਵ ਕਰੂਗਾ? ਆਪਾਂ ਨੂੰ ਪਤਾ ਹੈ ਕਿ ਜੇ ਰੱਸੀ ਟੁੱਟ ਜੇ ਉਹ ਕੀ ਹੈ? ਸਰਕੂਲਰ ਪਾਥ ਦੇ ਵਿੱਚ ਮੂਵ ਕਰਨਾ ਬੰਦ ਕਰ ਦੂਗੀ। ਆਪਾਂ ਨੇ ਪੜ੍ਹਿਆ ਸੀ ਫਿਰ ਕਿ ਉਹ ਸਿੱਧੀ ਰੇਖਾ ਦੇ ਵਿੱਚ ਚੱਲਣਾ ਸ਼ੁਰੂ ਕਰ ਦੂ ਅਤੇ ਕੀ ਹੈ? ਇੱਕ ਸਪਰਸ਼ ਰੇਖਾ ਦੀ ਤਰ੍ਹਾਂ, ਇੱਕ ਸਟਰੇਟ ਲਾਈਨ ਦੀ ਤਰ੍ਹਾਂ ਐਕਟ ਕਰੂਗਾ, ਜਿਹੜੀ ਕੀ ਹੋਊਗੀ? ਟੈਂਜੈਂਟ ਹੋਊਗੀ ਸਰਕਲ ਦੇ ਉੱਪਰ। ਟੈਂਜੈਂਟ ਹੁੰਦੀ ਹੈ ਸਪਰਸ਼ ਰੇਖਾ, ਜਿਹੜੀ ਸਰਕਲ ਨੂੰ ਕਿਸੇ ਇੱਕ ਪੁਆਇੰਟ 'ਤੇ ਛੂਹ ਕੇ ਜਾਂਦੀ ਹੈ। ਅਤੇ ਇਹਦਾ ਆਨਸਰ ਕੀ ਹੋਊਗਾ? ਆਪਸ਼ਨ ਨੰਬਰ V ਵਿਲ ਮੂਵ ਅਲੋਂਗ ਅ ਸਟਰੇਟ ਲਾਈਨ। ਠੀਕ ਹੈ, ਦਾ ਟੈਂਜੈਂਟਲੀ ਟੂ ਦਾ ਸਰਕੂਲਰ ਪਾਥ। ਨੈਕਸਟ ਕੁਐਸਚਨ ਆਪਣੇ ਹੈਗਾ ਕੁਐਸਚਨ ਨੰਬਰ 16। ਆਪਣੇ ਕੋਲ ਕੀ ਇੱਕ ਡਾਟਾ ਦਿੱਤਾ ਹੈ ਜਿਹਦੇ ਵਿੱਚ ਆਪਾਂ ਨੂੰ ਦਿੱਤੇ ਨੇ ਇਸ ਤਰ੍ਹਾਂ ਨਾਲ। ਇਹਦੇ ਵਿੱਚ ਆਪਣੇ ਕੋਲ B ਆਪਸ਼ਨ ਨਹੀਂ ਆਇਆ। B ਆਪਸ਼ਨ ਸੀਗਾ ਆਪਣੇ ਕੋਲ, B ਸੀਗਾ 100 100। ਠੀਕ ਹੈ। ਇਹਦੇ ਵਿੱਚ ਪੁੱਛਿਆ ਆਪਾਂ ਨੂੰ ਕਿਹੜੇ ਦੋ ਜਿਹੜੇ ਲਿਕੁਇਡ ਨੇ ਆਇਡੈਂਟੀਕਲ ਨੇ, ਅਤੇ ਇਹਦਾ ਆਨਸਰ ਕੀ ਹੋਊਗਾ? B ਐਂਡ C, ਕਿਉਂਕਿ ਇਹਨਾਂ ਦੇ ਵਿੱਚ ਵੋਲਿਊਮ ਵੀ ਸੇਮ ਆ ਅਤੇ ਮਾਸ ਵੀ ਸੇਮ ਹੈ। ਇੰਨਾ ਹੀ ਵੋਲਿਊਮ ਇੰਨੀ ਹੀ ਮਾਸ ਪਾਇਆ ਗਿਆ, ਇੰਨੀ ਵੋਲਿਊਮ 'ਚ ਇੰਨਾ ਹੀ ਮਾਸ ਉਨੀ ਹੀ ਵੋਲਿਊਮ ਦੇ ਵਿੱਚ ਪਾਇਆ ਗਿਆ। ਤਾਂ ਆਨਸਰ ਕੀ ਆਊਗਾ? B ਐਂਡ C। ਕਲੀਅਰ। ਹੁਣ ਆਪਾਂ ਨੇ ਕੀ ਹੈ? ਰਿਲੇਟਿਵ ਡੈਂਸਿਟੀ ਦੀ ਡੈਫੀਨੇਸ਼ਨ ਪੜ੍ਹੀ ਸੀ। ਰਿਲੇਟਿਵ ਡੈਂਸਿਟੀ ਕੀ ਚੀਜ਼ ਹੁੰਦੀ ਆ? ਰਿਲੇਟਿਵ ਡੈਂਸਿਟੀ ਸੀ ਕਿ ਕਿਸੇ ਵੀ ਸਬਸਟਾਂਸ ਦੀ, ਕਿਸੇ ਵੀ ਚੀਜ਼ ਦੀ ਡੈਂਸਿਟੀ ਨੂੰ ਆਪਾਂ ਡਿਵਾਈਡ ਕਰਦੇ ਸੀ ਕਿਸੇ ਸਟੈਂਡਰਡ ਡੈਂਸਿਟੀ ਦੇ ਨਾਲ। ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਰਿਲੇਟਿਵ ਡੈਂਸਿਟੀ ਸੀ ਉਹ ਬਰਾਬਰ ਕਿਹਦੇ ਸੀ? ਕਿਸੇ ਸਬਸਟਾਂਸ ਦੀ ਡੈਂਸਿਟੀ ਅਪੋਨ ਕਿਸੇ ਸਬਸਟਾਂਸ ਦੀ ਸਟੈਂਡਰਡ ਡੈਂਸਿਟੀ। ਤਾਂ ਡੈਂਸਿਟੀ ਦੇ ਨਾਲ ਡੈਂਸਿਟੀ ਕੱਟ ਜਾਂਦੀ ਸੀ, ਇਹਦੇ ਕੀ ਰਹਿੰਦੇ ਸੀ?
नो यूनिट, कोई यूनिट नहीं, ਇਹਦਾ मतलब रिलेटिव डेंसिटी की है यूनिटलैस है। ਇਹ क्वेश्चन ਆਪਾਂ ਕੀਤਾ ਸੀ, रिलेटिव डेंसिटी की है यूनिटलैस है। क्लीयर। नैक्सट क्वेश्चन हैगा अपने कोल कि कोई भी ऑब्जैक्ट आ जिहदा मास आपां नूं दिता है 350 ग्राम तो वह वॉल्यूम कितनी ऑक्यूपाई करता है 200 सेंटीमीटर क्यूब। आपां नूं पता है कि डेंसिटी की हुंदी है, सिंपल डेंसिटी की हुंदी है मास बटे वॉल्यूम। तो इहदा मास कितना है 350, वॉल्यूम कितनी है 200। आपां कैंसल कर देंगे 5 4 27, तो अपने को क्या होगा 1.4 समथिंग आऊगा। ठीक है। हुण आपां ने पढ़िया सी कि वाटर की डेंसिटी कितनी हुंदी है 1 हुंदी है। जिन्ना भी चीज़ों की डेंसिटी वाटर तो ज़्यादा होगी वो की करदियां ने वाटर के विच श्रिंक कर जांदियां ने, विच डुब जांदियां ने, ते जिन्ना दी घट होगी वो की उपर तैरदियां ने, फ्लोट करदियां ने। इहदा मतलब इहदी डेंसिटी की आ गई ज़्यादा आ गई। इहदा मतलब ये चीज़ की है, यह ऑब्जैक्ट पानी दे विच की है डुब जूगा। ऑप्शन सी की है करैक्ट है, इट विल शिंक इन द लिक्विड। ऑप्शन सी इज राइट आंसर। नैक्सट क्वेश्चन है क्वेश्चन नंबर 19 कि जिस तरह अपने स्कूल बैग होंगे हैं, किसी बच्चे को स्कूल बैग लैके दिंने आ तो वो जिहड़ियां स्ट्रिप्स होंदियां ने, तनियां कहंदे जिन्हों आपां, वो की है मोटियां होनी चाहिए ने या पतलियां, तो उन्होंने की फर्क पैंदा तनियां दे नाल। ठीक है। अपने जो स्ट्रिप्स ने बैग दियां उहदे नाल की फर्क पैंदा। आपां नूं पता है कि जिन्नी जिहड़ी स्ट्रिप है ये ज़्यादा ब्रॉड होगी, चौड़ी होगी, उन्ना ज़्यादा की अपने मोढिਆਂ ਦੇ ਉੱਪਰ ਪ੍ਰੈਸ਼ਰ घट लगूगा, ਜਿਹਦੇ ਕਰਕੇ ਆਪਾਂ ਨੂੰ ਕਿ तकलीफ भी घट होगी। तो ਆਪਾਂ इस तरह के बैग लैके आवांगे जिन्हां दा एरिया ज़्यादा होया, लार्ज एरिया होया तो शोल्डर ने जिहड़े उन्हां ते प्रैशर की आ घट लगे। ਇਹਦੇ ਵਿੱਚ ਕੀ ਆਊਗਾ ऑप्शन बी की है करैक्ट है। की कहंदा आपां नूं इट विल स्प्रैड द फोर्स, जिन्ना ज़्यादा एरिया होगा उन्नी फोर्स भी फैल जूगी तो प्रैशर की है घट लगूगा। ठीक है। नैक्सट क्वेश्चन है क्वेश्चन नंबर 20, टू ऑब्जैक्ट ऑफ डिफरेंट मास फॉलिंग फ्रीली नीयर द सरफेस ऑफ द मून वुड। कहना की होगा जोड़े दो ऑब्जैक्ट ने जो सेम मास दे डिफरेंट मास दे ने ते फॉल कर रहे हैं, तो यदा मतलब उन्होंने जी वेलोसिटी है वो की होगी सेम होगी। वेलोसिटी हमेशा की होगी सेम होगी मून के उपर। क्वेश्चन नंबर 21 कहते वट हैपन्स टू द ग्रेविटेशनल पोटेंशियल एट द सेंटर ऑफ द यूनीफॉर्म स्फेरिकल शैल विच श्रिंक ग्रैजुअली। तो आपां नूं पता है कि जो भी आप सेंटर वाल नूं जाने आ किसी भी चीज़ के स्फेरिकल शैल ला लो, अर्थ लगा लो, तो वो की आ ग्रेविटेशनल पोटेंशियल हमेशा की है डिक्रीज होंदा जांदा है, घटता जांदा है, ऑलवेज की करता है डिक्रीज। नैक्सट है द एटमोसफीयर अराउंड द अर्थ इज हेल्ड बाय। धरती के आले दुआले जो एटमोसफीयर बनया हुआ गैसां का गलाफ बनया हुआ वो कादे करके है ग्रैविटी के करके। ग्रैविटी ने उन्होंने मेनटेन किया हुआ बना के रखा हुआ। क्लीयर। नैक्सट देखो 23 नंबर क्वेश्चन, द वैल्यू ऑफ एक्सलेशन ड्यू टू ग्रैविटी। आपां ने पढ़िया सी कि अर्थ किस आपां ने अर्थ के पोल ते इक्वेटर बारे पढ़िया सी कि अर्थ है जी एलिप्टिकल होंदी है अंडाकार। ठीक है। इधर वो की होंगे इक्वेटर होंगे है, इधर की होंगे है पोल होंगे है। आपां ने पढ़िया सी कि आह डिस्टेंस घट है, जोड़ा डिस्टेंस घट होगा वो की आ ग्रैविटी की वैल्यू की होगी ज़्यादा होगी, तो जिहदा डिस्टेंस ज़्यादा है वो ग्रैविटी की वैल्यू की होगी घट होगी। ਇਹਦਾ मतलब पोल्स के उपर ग्रैविटी की वैल्यू ज़्यादा होनी चाहिए है तो इक्वेटर के उपर घट होनी चाहिए है। तो किते भी अपन पोल के उपर ज़्यादा वैल्यू नहीं दी हुई इनक्रीज फ्रॉम, तो यदा मतलब की आऊगा घट हैगी इक्वेटर के उपर, क्योंकि अपन पता है जिधर नूं आर घटदी आ उधर नूं जी की वैल्यू की है वध जाती है। ठीक है जी, ये वाला क्वेश्चन सी। नैक्सट क्वेश्चन देखो, अपने को कोई बाल है जिहदा वेट की है 4 kg तो उसकी डेंसिटी कितनी है 4000 kg पर मीटर क्यूब। आपां नूं पता है कि मास दिता आपां नूं डेंसिटी दी है। डेंसिटी का फॉर्मूला की हुंदा है मास अपॉन वॉल्यूम, पर आपां नूं डेंसिटी ते मास का पता, वॉल्यूम नहीं पता, तो आप वॉल्यूम कढ़ांगे। वॉल्यूम की होगा मास अपॉन डेंसिटी। मास कितना है 4, डेंसिटी कितनी है 4000, तक कट के कितना आ गया 1/1000। एक ही आ गया अपने को वॉल्यूम आ गई। ठीक है। हुण इन्होंने
ਪੁੱਛਿਆ ਕਿ ਵੈਂਸੀ ਫੋਰਸ ਕਿੰਨੀ ਲੱਗੂਗੀ, ਤਾਂ ਆਪਾਂ ਨੂੰ ਪਤਾ, ਆਪਾਂ ਫੋਰਸ ਪੜ੍ਹਿਆ ਸੀ, ਵੈਂਸੀ ਫੋਰਸ ਐਫ ਡੀ ਦੇ ਨਾਲ ਲਿਖਿਆ ਸੀ ਆਪਾਂ ਨੇ, ਐਫ ਡੀ ਦੇ ਨਾਲ ਕਾਹਦੇ ਬਰਾਬਰ ਸੀ ਉਹ, ਵੋਲੀਅਮ ਇੰਟੂ ਜੀ ਇੰਟੂ ਕੀ ਸੀਗਾ, ਰੋ, ਜਿਹਨੂੰ ਆਪਾਂ ਕਹਿੰਦੇ ਹਾਂ ਡੈਂਸਿਟੀ। ਤਾਂ ਆਪਣੇ ਕੋਲ ਵੀ ਦੀ ਵੈਲਿਊ ਕਿੰਨੀ ਆ ਗਈ, 1/1000। ਜੀ ਦੀ ਵੈਲਿਊ ਆਪਣੇ ਕੋਲ ਕਿੰਨੀ ਹੁੰਦੀ ਹੈ, ਨੂਮੈਰੀਕਲ ਸੋਲਵ ਕਰਨ ਲਈ ਆਪਾਂ 10 ਲੈ ਲੈਂਦੇ ਹੁੰਦੇ ਹਾਂ, ਵੈਸੇ ਆਪਣੇ ਕੋਲ 9.8 ਹੁੰਦੀ ਆ। ਨੈਕਸਟ ਆਪਣੇ ਕੋਲ ਰੋ ਦੀ ਵੈਲਿਊ ਕਿੰਨੀ ਦਿੱਤੀ ਹੈ, 10 ਦੀ ਪਾਵਰ 3। 10 ਦੀ ਪਾਵਰ 3 ਨੂੰ ਆਪਾਂ ਲਿਖ ਸਕਦੇ ਹਾਂ, ਉਹਦੇ ਨਾਲ 3 ਜ਼ੀਰੋਆਂ ਲਗਾ ਦਈਏ, ਇੱਕੋ ਹੀ ਗੱਲ ਹੈ, ਇਹਦੇ ਨਾਲ ਇਹ ਕੈਂਸਲ ਹੋ ਗਿਆ, ਤਾਂ ਆਪਣੇ ਕੋਲ ਆਂਸਰ ਕਿੰਨਾ ਆ ਗਿਆ, 10 ਨਿਊਟਨ। ਹਾਂਜੀ, ਆਂਸਰ ਆ ਗਿਆ 10 ਨਿਊਟਨ। ਆਪਸ਼ਨ ਜਿਹੜਾ ਹੈਗਾ ਬੀ ਇਜ਼ ਅ ਕਰੈਕਟ ਆਪਸ਼ਨ। ਨੈਕਸਟ ਆਪਣੇ ਕੋਲ ਹੈ ਕੁਐਸਚਨ ਨੰਬਰ 25, ਇਨ ਦ ਰਿਲੇਸ਼ਨ ਦਿਸ ਦ ਕੁਆਂਟਿਟੀ ਜੀ, ਜੀ ਕੀ ਚੀਜ਼ ਹੈ, ਆਪਾਂ ਨੂੰ ਆਪਸ਼ਨ ਪੜ੍ਹਨ ਦੀ ਜ਼ਰੂਰਤ ਵੀ ਨਹੀਂ, ਆਪਾਂ ਨੂੰ ਵੈਸੇ ਪਤਾ ਜੀ ਕੀ ਹੁੰਦਾ, ਯੂਨੀਵਰਸਲ ਗ੍ਰੈਵੀਟੇਸ਼ਨਲ ਕੌਂਸਟੈਂਟ ਹੁੰਦਾ ਹੈ। ਇਹਦਾ ਮਤਲਬ ਆਪਸ਼ਨ ਡੀ ਕੀ ਹੈ, ਕਰੈਕਟ ਹੈ। ਬਾਕੀ ਕਿਸੇ ਦੇ ਵਿੱਚ ਨਹੀਂ ਦੱਸਿਆ ਕਿ ਇਹ ਯੂਨੀਵਰਸਲ ਗ੍ਰੈਵੀਟੇਸ਼ਨਲ ਕੌਂਸਟੈਂਟ ਹੈ, ਇਹ ਸਾਰੀ ਕਿਤੇ ਇਹਦੀ ਵੈਲਿਊ ਕੀ ਹੁੰਦੀ ਹੈ, ਸੇਮ ਹੁੰਦੀ ਹੈ, ਇਹਦੀ ਵੈਲਿਊ ਵੀ ਤੁਹਾਨੂੰ ਸਭ ਨੂੰ ਯਾਦ ਹੋਊਗੀ। ਕੁਐਸਚਨ ਨੰਬਰ 26, ਲਾ ਆਫ ਗ੍ਰੈਵੀਟੇਸ਼ਨ ਗਿਵਜ਼ ਦਾ ਗ੍ਰੈਵੀਟੇਸ਼ਨਲ ਫੋਰਸ ਬਿਟਵੀਨ, ਕਿਹੜੀਆਂ ਚੀਜ਼ਾਂ ਦੇ ਵਿੱਚ ਦਿੰਦਾ ਹੈ, ਕਿ ਸਿਰਫ ਅਰਥ ਤੇ ਪੁਆਇੰਟ ਆਬਜੈਕਟ ਦੇ ਵਿੱਚ, ਜਾਂ ਫਿਰ ਸੂਰਜ ਤੇ ਧਰਤੀ ਦੇ ਵਿਚਾਲੇ ਲੱਗਦੀ ਹੈ ਗ੍ਰੈਵੀਟੇਸ਼ਨਲ ਫੋਰਸ, ਜਾਂ ਕੋਈ ਵੀ ਦੋ ਚੀਜ਼ਾਂ ਦੇ ਵਿੱਚ, ਜਾਂ ਫਿਰ ਚਾਰਜ ਵਾਲੀਆਂ ਚੀਜ਼ਾਂ ਦੇ ਵਿੱਚ। ਆਪਾਂ ਨੂੰ ਪਤਾ ਹੈ ਕਿ ਜਿੰਨੀਆਂ ਵੀ ਚੀਜ਼ਾਂ ਨੇ, ਹਰ ਇੱਕ ਚੀਜ਼ ਚਾਹੇ ਛੋਟੀ ਹੈ ਚਾਹੇ ਵੱਡੀ ਹੈ, ਹਰ ਇੱਕ ਦੇ ਉੱਪਰ ਕੀ ਹੈ, ਗ੍ਰੈਵੀਟੇਸ਼ਨਲ ਫੋਰਸ ਲੱਗਦੀ ਹੈ। ਇਹਦਾ ਮਤਲਬ ਕੀ ਆਊਗਾ, ਸੀ ਆਪਸ਼ਨ ਆਊਗਾ, ਐਨੀ ਟੂ ਬੋਡੀਜ਼ ਹੈਵਿੰਗ ਸਮ ਮਾਸ, ਕੋਈ ਵੀ ਮਾਸ ਹੋਵੇ, ਦੋ ਬੋਡੀਜ਼ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦੇ ਵਿਚਕਾਰ ਕੀ ਲੱਗਦੀ ਹੈ, ਗ੍ਰੈਵੀਟੇਸ਼ਨਲ ਫੋਰਸ। ਕੁਐਸਚਨ ਨੰਬਰ 27, what we call the force between two unit point masses laying at unit distance, ਇਹਦੇ ਵਿੱਚ ਇਹਨਾਂ ਨੇ ਕੀ ਕਿਹਾ, ਸਭ ਤੋਂ ਪਹਿਲਾਂ ਆਪਾਂ ਨੂੰ ਫੋਰਸ ਦਾ ਫਾਰਮੂਲਾ 100% ਯਾਦ ਕਰਨਾ ਪਊਗਾ, ਕੀ ਹੁੰਦਾ, ਜੀ m1 m2 ਅਪੋਨ ਆਰ ਸਕੇਅਰ। ਹੁਣ ਇਹ ਕਹਿੰਦੇ ਮਾਸ ਕੀ ਹੋ ਗਏ, ਯੂਨਿਟੀ, ਯੂਨਿਟ ਦਾ ਮਤਲਬ 1 ਹੋ ਗਏ, ਅਤੇ ਡਿਸਟੈਂਸ ਵੀ ਕੀ ਹੋ ਗਿਆ, ਯੂਨਿਟੀ ਹੋ ਗਿਆ, ਮਤਲਬ 1 ਹੋ ਗਿਆ। ਇਹਦਾ ਮਤਲਬ ਜੇ ਆਪਾਂ ਸਾਰਿਆਂ ਦੀਆਂ ਵੈਲਿਊਜ਼ 1 ਪੁੱਟ ਕਰ ਦਈਏ, ਤਾਂ ਆਪਣੇ ਕੋਲ ਕੀ ਗਿਆ, ਜੀ 1 × 1 ਅਪੋਨ 1, 1 ਦਾ ਤਾਂ ਕੋਈ ਵੈਲਿਊ ਨਹੀਂ ਰਹਿਣੀ, ਤਾਂ ਆਪਣੇ ਕੋਲ ਕੀ ਆ ਗਿਆ, ਐਫ ਬਰਾਬਰ ਜੀ। ਇਹਦਾ ਮਤਲਬ ਫੋਰਸ ਕਿਹਦੇ ਬਰਾਬਰ ਆ ਗਈ, ਯੂਨੀਵਰਸਲ ਗ੍ਰੈਵੀਟੇਸ਼ਨਲ ਕੌਂਸਟੈਂਟ ਦੇ ਬਰਾਬਰ ਆ ਗਈ। ਤਾਂ ਕੀ ਹੋਊਗਾ, ਆਪਸ਼ਨ ਨੰਬਰ ਡੀ ਕੀ ਹੋਊਗਾ, ਕਰੈਕਟ ਆਪਸ਼ਨ। ਕਲੀਅਰ। ਨੈਕਸਟ ਹੈਗਾ, what will be the value of gravitational force at the center of the earth having diameter r, ਆਪਾਂ ਨੇ ਪੜ੍ਹਿਆ ਸੀ ਕਿ ਅਰਥ ਦੇ ਸੈਂਟਰ ਦੇ ਵਿੱਚ ਜੀ ਦੀ ਵੈਲਿਊ ਕਿੰਨੀ ਹੁੰਦੀ ਹੈ, ਆਪਾਂ ਨੇ ਯਾਦ ਕੀਤੀ ਸੀ ਇਹ ਚੀਜ਼, ਕਿੰਨੀ ਹੁੰਦੀ ਹੈ, 0। ਠੀਕ ਹੈ, ਇਹ ਐਜ਼ ਇਟ ਇਜ਼ MCQ ਬਣ ਸਕਦਾ ਸੀ, ਮੈਂ ਦੱਸਿਆ ਸੀ, ਤਾਂ ਇਸੇ ਤਰ੍ਹਾਂ ਨਾਲ ਤੁਸੀਂ ਯਾਦ ਕਰ ਲੈਣਾ। ਕੁਐਸਚਨ ਨੰਬਰ 29, if weight of object in air is 10 Newton, by complete shrink in water weight of object become 8 Newton। ਤਾਂ ਆਪਾਂ ਨੇ ਦੱਸਣਾ ਕਿ ਕਿੰਨਾ ਲਿਕੁਇਡ ਹੈ ਜਿਹੜਾ ਡਿਸਪਲੇਸ ਕੀਤਾ। ਆਪਾਂ ਨੇ ਆਰਕੀਮੀਡਸ ਪ੍ਰਿੰਸੀਪਲ ਪੜ੍ਹਿਆ ਸੀ, ਉਹ ਪ੍ਰਿੰਸੀਪਲ ਆਪਾਂ ਨੂੰ ਕੀ ਕਹਿੰਦਾ ਸੀ ਕਿ ਜਿਹੜਾ ਵਾਟਰ ਡਿਸਪਲੇਸ ਹੋਊਗਾ, ਵਾਟਰ ਹੈ ਜਿਹੜਾ ਡਿਸਪਲੇਸ ਹੋਊਗਾ, ਉਹ ਬਰਾਬਰ ਕਾਹਦੇ ਹੋਊਗਾ, ਕਿੰਨਾ ਵੇਟ ਸੀ ਆਬਜੈਕਟ ਦਾ ਮਾਈਨਸ ਵਾਟਰ ਡਿਸਪਲੇਸ ਕਰਨ ਤੋਂ ਬਾਅਦ 'ਚ ਕਿੰਨਾ ਰਹਿ ਗਿਆ। ਠੀਕ ਹੈ, ਤਾਂ ਆਪਾਂ ਨੂੰ ਪਤਾ ਲੱਗ ਜੂ ਕਿ ਕਿੰਨਾ ਵਾਟਰ ਹੈ ਜਿਹੜਾ ਡਿਸਪਲੇਸ ਹੋਇਆ। ਕਲੀਅਰ, ਆਰਕੀਮੀਡਸ ਪ੍ਰਿੰਸੀਪਲ ਸੀ ਇਹ, ਤਾਂ ਆਂਸਰ ਕੀ ਆਊਗਾ, 2 ਨਿਊਟਨ। ਨੈਕਸਟ ਕੁਐਸਚਨ ਆਪਣੇ ਹੈਗਾ ਕੁਐਸਚਨ ਨੰਬਰ 30, ਔਨ ਦ ਸਰਫੇਸ ਆਫ ਅਰਥ ਵਟ ਇਜ਼ ਦ ਵੈਲਿਊ ਆਫ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਆਪਾਂ ਨੇ ਚੰਗੀ ਤਰ੍ਹਾਂ ਯਾਦ ਕੀਤਾ ਕਿ ਜੀ ਦੀ ਵੈਲਿਊ ਕਿੰਨੀ ਹੁੰਦੀ ਹੈ, 9.8 ਮੀਟਰ ਪਰ ਸੈਕਿੰਡ ਸਕੇਅਰ। ਠੀਕ ਹੈ ਜੀ। ਹਾਂਜੀ, ਅੱਜ ਆਪਾਂ 30 ਕੁਐਸਚਨ ਕਰਾਂਗੇ। ਆਈ ਹੋਪ ਤੁਹਾਨੂੰ ਸਭ ਨੂੰ ਕੁਐਸਚਨ ਸਮਝ ਆਏ ਹੋਣਗੇ। ਸਾਰੇ ਆਪਣੇ ਸਕੋਰ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰਿਓ। ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਕਰਿਓ, ਚੈਨਲ ਨੂੰ ਸ਼ੇਅਰ ਕਰਿਓ ਐਂਡ ਸਬਸਕ੍ਰਾਈਬ ਕਰਿਓ। ਥੈਂਕ ਯੂ।